ਇੱਕ ਬਹੁਤ ਮਹੱਤਵਪੂਰਨ ਸੰਬੰਧ ਜਿਸ ਦੀ ਗਣਿਤ ਵਿੱਚ ਇੱਕ ਖਾਸ ਭੂਮਿਕਾ ਹੈ, ਸਮਤੁਲ ਸੰਬੰਧ ਜਾਂ ਇਕੁਈਵੈਲੈਂਸ ਰਿਲੇਸ਼ਨ ਕਹਾਉਂਦਾ ਹੈ। ਹਾਂਜੀ, ਅੱਜ ਅਸੀਂ ਇਕੁਈਵੈਲੈਂਸ ਰਿਲੇਸ਼ਨ ਦੇ ਬਾਰੇ ਹੀ ਸਟੱਡੀ ਕਰਨਾ ਹੈ, ਜਿਸ ਨੂੰ ਕਿ ਪੰਜਾਬੀ ਦੇ ਵਿੱਚ ਸਮਤੁਲ ਸੰਬੰਧ ਵੀ ਕਿਹਾ ਜਾਂਦਾ ਹੈ। ਇਸ ਸੰਬੰਧ ਦਾ ਅਧਿਐਨ ਕਰਨ ਲਈ ਅਸੀਂ ਪਹਿਲਾਂ ਤਿੰਨ ਤਰ੍ਹਾਂ ਦੇ ਸੰਬੰਧਾਂ ਨਾਮਾਂ ਦੇ ਤੌਰ ਤੇ ਨਿਜਵਾਚਕ, ਜਿਸ ਨੂੰ ਕਿ ਰਿਫਲੈਕਸਿਵ ਵੀ ਕਿਹਾ ਜਾਂਦਾ ਹੈ, ਸਮਮਿਤਈ, ਜਿਸ ਨੂੰ ਕਿ ਸਿਮੈਟ੍ਰਿਕ ਵੀ ਕਹਿੰਦੇ ਹਾਂ, ਅਤੇ ਸਕਰਮਕ, ਜਿਸ ਨੂੰ ਕਿ ਟ੍ਰਾਂਜ਼ਿਟਿਵ ਵੀ ਕਿਹਾ ਜਾਂਦਾ ਹੈ, ਸੰਬੰਧਾਂ ਤੇ ਵਿਚਾਰ ਕਰਦੇ ਹਾਂ। ਦੇਖੋ, ਸਮਤੁਲ ਸੰਬੰਧ ਜਾਂ ਇਕੁਈਵੈਲੈਂਸ ਰਿਲੇਸ਼ਨ ਵਾਸਤੇ ਜੋ ਤਿੰਨ ਕੰਡੀਸ਼ਨਾਂ ਜਾਂ ਜੋ ਸੰਬੰਧ ਹੋਣੇ ਜ਼ਰੂਰੀ ਨੇ, ਇੱਕ ਤਾਂ ਹੈ ਨਿਜਵਾਚਕ, ਜਿਸ ਨੂੰ ਕਿ ਰਿਫਲੈਕਸਿਵ ਕਿਹਾ ਜਾਂਦਾ ਹੈ, ਇੱਕ ਸਮਮਿਤਈ ਜਾਂ ਸਿਮੈਟ੍ਰਿਕ ਹੈ, ਇੱਕ ਸਕਰਮਕ ਜਾਂ ਟ੍ਰਾਂਜ਼ਿਟਿਵ ਹੈ। ਹੁਣ ਅਸੀਂ ਇਹ ਸਮਝਾਂਗੇ ਵੀ ਨਿਜਵਾਚਕ ਰਿਫਲੈਕਸਿਵ ਕੀ ਹੁੰਦਾ ਹੈ, ਸਮਮਿਤਈ ਸਿਮੈਟ੍ਰਿਕ ਕੀ ਹੁੰਦਾ ਹੈ, ਸਕਰਮਕ ਟ੍ਰਾਂਜ਼ਿਟਿਵ ਕੀ ਹੁੰਦਾ ਹੈ। ਜੇਕਰ ਕੋਈ ਰਿਲੇਸ਼ਨ ਇਹਨਾਂ ਤਿੰਨਾਂ ਨੂੰ ਉਹ ਸੈਟੀਸਫਾਈ ਕਰ ਰਿਹਾ ਹੈ, ਜੇ ਇੱਕ ਰਿਲੇਸ਼ਨ ਦੇ ਵਿੱਚ ਇਹ ਤਿੰਨੋਂ ਹੀ ਜੇਕਰ ਸੰਬੰਧ ਬਣਦੇ ਪਏ ਹੈ, ਇਹਦਾ ਮਤਲਬ ਅਸੀਂ ਉਸ ਰਿਲੇਸ਼ਨ ਨੂੰ ਜਾਂ ਉਸ ਸੰਬੰਧ ਨੂੰ ਸਮਤੁਲ ਸੰਬੰਧ ਕਹਿ ਸਕਦੇ ਹਾਂ, ਇਕੁਈਵੈਲੈਂਸ ਰਿਲੇਸ਼ਨ ਕਹਿ ਸਕਦੇ ਹਾਂ। ਹਾਂਜੀ, ਇਹਨਾਂ ਨੇ ਕਿਹਾ ਹੈ ਸਮੂਹ ਏ, ਜਿਹੜਾ ਸਮੂਹ ਹੈ ਇਸ ਨੂੰ ਇੰਗਲਿਸ਼ ਦੇ ਵਿੱਚ ਅਸੀਂ ਸੈੱਟ ਕਹਿੰਦੇ ਹਾਂ, ਠੀਕ ਹੈ, SCT ਸੈੱਟ। ਤਾਂ ਸੈੱਟ ਏ ਤੇ ਪਰਿਭਾਸ਼ਿਤ ਸੰਬੰਧ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਰਿਲੇਸ਼ਨ ਕਹਿੰਦੇ ਹਾਂ, ਠੀਕ ਹੈ। ਤਾਂ ਸੈੱਟ ਏ ਤੇ ਪਰਿਭਾਸ਼ਿਤ ਰਿਲੇਸ਼ਨ ਆਰ ਹੈ, ਸਮੂਹ ਏ ਤੇ ਪਰਿਭਾਸ਼ਿਤ ਸੰਬੰਧ ਉਹ ਆਰ ਹੈ। ਹਾਂਜੀ, ਨਿਜਵਾਚਕ ਰਿਫਲੈਕਸਿਵ ਦੇ ਵਿੱਚ ਕੀ ਹੁੰਦਾ ਹੈ, ਨਿਜਵਾਚਕ ਰਿਫਲੈਕਸਿਵ ਕਹਾਉਂਦਾ ਹੈ ਜੇਕਰ ਅਗਰ ਕੋਈ ਐਲੀਮੈਂਟ, ਜ਼ਰਾ ਇਸ ਨੂੰ ਧਿਆਨ ਨਾਲ ਦੇਖਣਾ। ਹਾਂਜੀ, ਇਹ ਹੈ ਸੈੱਟ ਏ, ਜਿਸ ਨੂੰ ਕਿ ਸਮੂਹ ਏ ਕਿਹਾ ਜਾਂਦਾ ਹੈ। ਇਸ ਦੇ ਵਿੱਚੋਂ ਜੇਕਰ ਕੋਈ ਇੱਕ ਐਲੀਮੈਂਟ ਸਮਾਲ ਏ ਜੇਕਰ ਸੈੱਟ ਏ ਦੇ ਵਿੱਚ ਹੈ, ਠੀਕ ਹੈ, ਇੱਕ ਸਮਾਲ ਐਲੀਮੈਂਟ ਹੈ ਏ। ਹਾਂਜੀ, ਇੱਕ ਵਾਰੀ ਫਿਰ ਸੁਣ ਲਓ। ਜੇਕਰ ਇੱਕ ਐਲੀਮੈਂਟ ਏ ਉਹ ਬਿਲੋਂਗ ਕਰਦਾ ਹੈ ਸੈੱਟ ਏ ਦੇ ਵਿੱਚੋਂ, ਐਲੀਮੈਂਟ ਸਮਾਲ ਏ ਬਿਲੋਂਗ ਕਰਦਾ ਹੈ ਸਮੂਹ ਏ ਦੇ ਵਿੱਚੋਂ, ਤਾਂ ਨਿਜਵਾਚਕ ਰਿਫਲੈਕਸਿਵ ਦੇ ਵਾਸਤੇ ਜੋ ਕੰਡੀਸ਼ਨ ਜ਼ਰੂਰੀ ਹੈ ਉਹ ਹੈ ਵੀ ਏ, ਵੀ ਏ ਦੇ ਵਰਗਾ ਹੀ ਇੱਕ ਹੋਰ ਐਲੀਮੈਂਟ ਇਹ ਰਿਲੇਸ਼ਨ ਆਰ ਦੇ ਵਿੱਚੋਂ ਬਿਲੋਂਗ ਕਰਨਾ ਚਾਹੀਦਾ ਹੈ, ਨਿਜਵਾਚਕ ਜਾਂ ਰਿਫਲੈਕਸਿਵ ਨੂੰ ਕੰਪਲੀਟ ਕਰਨ ਵਾਸਤੇ, ਠੀਕ ਹੈ। ਮੈਂ ਤੁਹਾਨੂੰ ਹੁਣ ਇੱਕ ਐਗਜ਼ਾਮਪਲ ਦੇਵਾਂਗਾ ਜੇਕਰ ਹਾਲੇ ਨਹੀਂ ਸਮਝ ਆਇਆ ਹੈ। ਹਾਂਜੀ, ਸਮਮਿਤਈ ਸਿਮੈਟ੍ਰਿਕ ਕਹਿਲਾਉਂਦਾ ਹੈ ਜੇਕਰ, ਦੇਖੋ, ਮੰਨ ਲਓ ਕਿ ਸਾਡੇ ਕੋਲ ਦੋ ਐਲੀਮੈਂਟਸ ਹੈ A1 ਤੇ A2, ਇਹ ਬਿਲੋਂਗ ਕਰਦੇ ਹੈ ਸੈੱਟ A ਦੇ ਵਿੱਚੋਂ, ਵੀ ਜੋ A1 ਤੇ A2 ਹੈ ਉਹ ਸਮੂਹ A ਦੇ ਵਿੱਚ ਹੈਗੇ ਹੈ। ਹਾਂਜੀ, ਤੇ ਅਸੀਂ ਜੇਕਰ A1 ਤੇ A2 ਦਾ ਜੋ ਸੈੱਟ ਹੈ ਉਹ ਰਿਲੇਸ਼ਨ ਆਰ ਦੇ ਵਿੱਚ ਆ ਰਿਹਾ ਹੈ, ਇਸ ਦੇ ਨਾਲ ਕੀ ਹੋਣਾ ਚਾਹੀਦਾ ਹੈ, ਜੋ A2 ਤੇ A1 ਹੈ ਇਹ ਵੀ ਰਿਲੇਸ਼ਨ ਆਰ ਦੇ ਵਿੱਚੋਂ ਆਉਣਾ ਚਾਹੀਦਾ ਹੈ। ਇਸ ਨੂੰ ਜ਼ਰਾ ਧਿਆਨ ਨਾਲ ਦੇਖਣਾ ਵੀ A1, A2 ਜੇਕਰ ਇਹ ਬਿਲੋਂਗ ਕਰ ਰਿਹਾ ਹੈ ਰਿਲੇਸ਼ਨ ਆਰ ਦੇ ਵਿੱਚੋਂ, ਠੀਕ ਹੈ, ਤਾਂ A2, A1 ਵੀ ਉਹ ਆਰ ਦੇ ਵਿੱਚ ਹੋਣਾ ਚਾਹੀਦਾ ਹੈ। ਇਹ ਕੰਡੀਸ਼ਨ ਸਮਮਿਤਈ ਜਾਂ ਸਿਮੈਟ੍ਰਿਕ ਦੇ ਵਾਸਤੇ ਇਹ ਜ਼ਰੂਰੀ ਹੈ। ਹੁਣੇ ਅਸੀਂ ਇੱਕ ਐਗਜ਼ਾਮਪਲ ਦੇਖਾਂਗੇ, ਉਸ ਦੇ ਨਾਲ ਤੁਹਾਨੂੰ ਚੰਗੀ ਤਰ੍ਹਾਂ ਇਹ ਸਮਝ ਆ ਜਾਊਗਾ। ਹਾਂਜੀ, ਨੈਕਸਟ ਹੈ ਸਕਰਮਕ ਜਾਂ ਟ੍ਰਾਂਜ਼ਿਟਿਵ। ਜੇਕਰ ਸਾਰੇ A1, A2, A3 ਬਿਲੋਂਗ ਕਰਦੇ ਨੇ ਸਮੂਹ A ਜਾਂ ਸੈੱਟ A ਦੇ ਵਿੱਚੋਂ, ਤਾਂ ਜੋ ਕੰਡੀਸ਼ਨ ਸਕਰਮਕ ਜਾਂ ਟ੍ਰਾਂਜ਼ਿਟਿਵ ਦੇ ਵਾਸਤੇ ਸਾਨੂੰ ਚਾਹੀਦੀ ਹੁੰਦੀ ਹੈ
ਵੀ A1 A2 ਜੇਕਰ ਬਿਲੋਂਗ ਕਰਦਾ ਹੈ ਰਿਲੇਸ਼ਨ R ਦੇ ਵਿੱਚੋਂ, ਠੀਕ ਹੈ, ਸਬੰਧ R ਦੇ ਵਿੱਚੋਂ, ਤੇ A2 A3 ਜੋ ਹੈ ਉਹ ਬਿਲੋਂਗ ਕਰਦਾ ਹੈ ਰਿਲੇਸ਼ਨ R ਦੇ ਵਿੱਚੋਂ, ਤਾਂ ਫਿਰ ਜੋ ਹੈ A1 A3 ਵੀ ਜੋ ਹੈ ਉਹ ਰਿਲੇਸ਼ਨ R ਦੇ ਵਿੱਚ ਹੋਣਾ ਚਾਹੀਦਾ ਹੈ ਜੇਕਰ ਕਿਸੇ ਸਬੰਧ ਨੂੰ ਸਕਰਮਕ ਜਾਂ ਟ੍ਰਾਂਜ਼ਿਟਿਵ ਹੋਣਾ ਹੈ ਤਾਂ। ਹੁਣ ਅਸੀਂ ਇਸ ਨੂੰ ਇੱਕ ਐਗਜ਼ਾਮਪਲ ਦੇ ਰਾਹੀਂ ਸਮਝਦੇ ਹਾਂ, ਠੀਕ ਹੈ। ਹਾਂਜੀ, ਇਸ ਤੋਂ ਪਹਿਲਾਂ ਨਾ ਇਹਨਾਂ ਨੇ ਇਹ ਲਿਖ ਰੱਖਿਆ, ਦੇਖ ਲਓ ਜ਼ਰਾ। ਹਾਂਜੀ, A ਤੇ ਪਰਿਭਾਸ਼ਿਤ ਸੰਬੰਧ R ਇੱਕ ਸਮਤੁਲ ਸੰਬੰਧ ਕਹਿਲਾਉਂਦਾ ਹੈ ਜੇਕਰ R ਨਿਜਵਾਚਕ, ਸਮਿਤਈ ਅਤੇ ਸਕਰਮਕ ਹੈ। ਤਾਂ ਸਮਤੁਲ ਸੰਬੰਧ ਜਾਂ ਇਕੁਈਵੈਲੈਂਸ ਰਿਲੇਸ਼ਨ ਦੇ ਵਾਸਤੇ ਜੋ ਹੈ ਰਿਲੇਸ਼ਨ R ਨੂੰ, ਸੰਬੰਧ R ਨੂੰ ਨਿਜਵਾਚਕ ਵੀ ਹੋਣਾ ਪਏਗਾ, ਸਮਿਤਈ ਵੀ ਹੋਣਾ ਪਏਗਾ, ਸਕਰਮਕ ਵੀ ਹੋਣਾ ਪਏਗਾ। ਤੇ ਇੱਕ ਵਾਰੀ ਮਤਲਬ ਥੋੜਾ ਜਿਹਾ ਜੋ ਹੈ ਦੇਖ ਲੈਂਦੇ ਹਾਂ ਜਲਦੀ ਫਟਾਫਟ, ਜੋ ਹੈ ਵੀ ਨਿਜਵਾਚਕ ਵਾਸਤੇ ਕਿਹੜੀ ਕੰਡੀਸ਼ਨ ਹੈ ਵੀ ਜੇਕਰ ਸਮਾਲ a ਜੋ ਹੈ ਉਹ ਸੈਟ A ਦੇ ਵਿੱਚੋਂ ਬਿਲੋਂਗ ਕਰਦਾ ਹੈ ਤਾਂ A, ਜੋ ਹੈ ਇਹ ਰਿਲੇਸ਼ਨ ਦੇ ਵਿੱਚ ਹੋਣੇ ਚਾਹੀਦੇ ਹੈ। ਹਾਂਜੀ, ਸਿਮੈਟ੍ਰਿਕ ਵਾਸਤੇ ਕੀ ਕੰਡੀਸ਼ਨ ਹੈ ਵੀ ਜੇਕਰ A1 A2 ਜੋ ਹੈ ਉਹ ਸੈਟ A ਦੇ ਵਿੱਚੋਂ ਬਿਲੋਂਗ ਕਰਦੇ ਹੈ ਤਾਂ A1 A2 ਵੀ ਰਿਲੇਸ਼ਨ ਦੇ ਵਿੱਚ ਹੋਣੇ ਚਾਹੀਦੇ ਹੈ ਤੇ A2, A1 ਵੀ ਜੋ ਹੈ ਉਹ ਰਿਲੇਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ। ਹਾਂਜੀ, ਟ੍ਰਾਂਜ਼ਿਟਿਵ ਵਾਸਤੇ ਕੀ ਕੰਡੀਸ਼ਨ ਹੈ ਵੀ ਮੰਨ ਲਓ ਵੀ ਤਿੰਨ ਐਲੀਮੈਂਟਸ ਹੈ A1 A2 A3, ਜੇਕਰ ਇਹ ਸੈਟ A ਦੇ ਵਿੱਚੋਂ ਬਿਲੋਂਗ ਕਰਦੇ ਹੈ ਤਾਂ A1, A2 ਬਿਲੋਂਗ ਕਰਦਾ ਹੈ ਰਿਲੇਸ਼ਨ ਦੇ ਵਿੱਚੋਂ ਤੇ A2, A3 ਜੋ ਹੈ ਬਿਲੋਂਗ ਕਰਦਾ ਹੈ ਰਿਲੇਸ਼ਨ ਵਿੱਚੋਂ, ਤੇ ਇਹ ਹੋਣਾ ਚਾਹੀਦਾ ਹੈ ਵੀ A1 ਤੇ A3 ਇਹ ਵੀ ਜੋ ਹੈ ਰਿਲੇਸ਼ਨ R ਦੇ ਵਿੱਚੋਂ ਜਾਂ ਸੰਬੰਧ R ਦੇ ਵਿੱਚੋਂ ਜੋ ਹੈ ਬਿਲੋਂਗ ਕਰਨੇ ਚਾਹੀਦੇ ਹੈ। ਹਾਂਜੀ, ਚਲੋ ਹੁਣ ਇਹਨਾਂ ਨੂੰ ਜੋ ਹੈ ਅਸੀਂ ਅਪਲਾਈ ਕਰਦੇ ਹਾਂ ਇੱਕ ਐਗਜ਼ਾਮਪਲ ਦੇ ਉੱਪਰ। ਜਿਵੇਂ ਦੇਖੋ ਇਹਨਾਂ ਨੇ ਸਾਨੂੰ ਇੱਕ ਸਮੂਹ ਜਾਂ ਇੱਕ ਸੈੱਟ ਦੇ ਰੱਖਿਆ ਹੈ 1 2 ਤੇ 3 ਦਾ, ਠੀਕ ਹੈ, 1 2 3 ਦਾ ਜੋ ਹੈ ਇੱਕ ਸਮੂਹ ਜਾਂ ਇੱਕ ਸੈੱਟ ਜੋ ਹੈ ਦੇ ਰੱਖਿਆ ਹੈ। ਤੇ ਇਸ ਦੇ ਉੱਪਰ ਜੋ ਰਿਲੇਸ਼ਨ ਇਹਨਾਂ ਨੇ ਡਿਫਾਈਨ ਕੀਤਾ ਹੈ, ਜੋ ਸੰਬੰਧ ਇਹਨਾਂ ਨੇ ਜੋ ਪਰਿਭਾਸ਼ਿਤ ਕੀਤਾ ਹੈ ਉਹ ਹੈ 1 1 2 2 3 3 1 2 ਤੇ 2 3, ਠੀਕ ਹੈ। ਇਹ ਸਾਰੇ ਜੋ ਹੈ ਮਤਲਬ ਰਿਲੇਸ਼ਨ R ਦੇ ਵਿੱਚ ਜੋ ਹੈ ਇਹ ਐਲੀਮੈਂਟਸ ਆ ਰਹੇ ਹੈ, ਠੀਕ ਹੈ ਜੀ। ਇਵੇਂ ਜੋ ਹੈ ਇਹਨਾਂ ਨੇ ਰਿਲੇਸ਼ਨ ਨੂੰ ਜੋ ਹੈ ਪਰਿਭਾਸ਼ਿਤ ਕੀਤਾ ਹੈ। ਹਾਂਜੀ, ਰਾਹੀਂ ਦਿੱਤਾ ਸੰਬੰਧ ਨਿਜਵਾਚਕ ਹੈ ਪਰੰਤੂ ਸਮਿਤਈ ਅਤੇ ਸਕਰਮਕ ਨਹੀਂ ਹੈ। ਹਾਂਜੀ, ਹੁਣ ਇਹ ਕਹਿ ਰਹੇ हैं ਵੀ ਸਾਨੂੰ ਇਹ ਸਿੱਧ ਕਰਨਾ ਹੈ ਵੀ ਇਹ ਜੋ ਹੈ ਸਮੂਹ ਹੈ ਇਹ ਰਿਲੇਸ਼ਨ ਹੈ ਤੇ ਸਿੱਧ ਕਰੋ ਵੀ ਇਹ ਜੋ ਰਿਲੇਸ਼ਨ ਹੈ ਜੋ ਸੰਬੰਧ ਹੈ ਉਹ ਨਿਜਵਾਚਕ ਤਾਂ ਹੈ ਪਰ ਸਮਿਤਈ ਤੇ ਸਕਰਮਕ ਨਹੀਂ ਹੈ। ਤਾਂ ਇਸ ਨੂੰ ਵੇਖ ਲੈਂਦੇ ਹਾਂ ਜੀ। ਹਾਂਜੀ, ਰਿਲੇਸ਼ਨ R ਨਿਜਵਾਚਕ ਹੈ, ਜੋ ਸੰਬੰਧ R ਹੈ ਉਹ ਨਿਜਵਾਚਕ ਹੈ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ, ਦੇਖੋ ਸਮੂਹ ਦੇ ਵਿੱਚ ਕਿਹੜੇ ਐਲੀਮੈਂਟਸ ਹੈ 1 ਹੈ ਤੇ ਨਿਜਵਾਚਕ ਵਾਸਤੇ ਕਿਹੜੀ ਕੰਡੀਸ਼ਨ ਹੁੰਦੀ ਹੈ ਵੀ ਜੇਕਰ 1 ਬਿਲੋਂਗ ਕਰ ਰਿਹਾ ਹੈ ਸਮੂਹ ਦੇ ਵਿੱਚੋਂ, ਯਾਨੀ ਕਿ ਮੰਨ ਲੈਂਦੇ ਹਾਂ ਵੀ ਇਹ ਜੋ ਸਮੂਹ ਹੈ ਉਹ A ਹੈ। ਹਾਂਜੀ, ਸਮੂਹ ਦਾ ਜੋ ਪਹਿਲਾ ਐਲੀਮੈਂਟ ਹੈ ਉਹ 1 ਹੈ ਤਾਂ ਨਿਜਵਾਚਕ ਵਾਸਤੇ ਕਿਹੜੀ ਕੰਡੀਸ਼ਨ ਚਾਹੀਦੀ ਹੈ ਸਾਨੂੰ 1 1 ਜੋ ਹੈ ਉਹ ਰਿਲੇਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ, ਠੀਕ ਹੈ। ਐਲੀਮੈਂਟ ਦੇ ਵਰਗਾ ਹੀ ਦੂਜਾ ਐਲੀਮੈਂਟ ਜੋ ਹੈ ਉਹ ਰਿਲੇਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ। ਹਾਂਜੀ, ਦੂਜਾ ਐਲੀਮੈਂਟ ਹੈ, ਦੇਖੋ ਰਿਲੇਸ਼ਨ ਦੇ ਵਿੱਚ 1 1 ਹੈ ਨਾ। ਹਾਂਜੀ, ਤਾਂ ਸਮੂਹ ਦਾ ਜੋ ਦੂਜਾ ਐਲੀਮੈਂਟ ਹੈ ਉਹ ਹੈ 2, ਯਾਨੀ ਕਿ 2, ਤਾਂ ਦੇਖੋ 2 2 ਇਹ ਜੋ ਹੈ ਰਿਲੇਸ਼ਨ ਦੇ ਵਿੱਚ ਆ ਰਿਹਾ ਹੈ। ਹਾਂਜੀ, ਇਹ ਵੀ ਆ ਰਿਹਾ ਹੈ। ਹਾਂਜੀ, ਸਮੂਹ ਦਾ ਤੀਜਾ ਐਲੀਮੈਂਟ ਹੈ 3, ਤਾਂ ਹੁਣ ਇਹ ਚੈੱਕ ਕਰੋ ਵੀ ਕੀ 3 3 ਜੋ ਹੈ ਇਹ ਰਿਲੇਸ਼ਨ ਦੇ ਵਿੱਚ ਆ ਰਿਹਾ ਹੈ। ਹਾਂਜੀ, ਇਹ ਵੀ ਜੋ ਹੈ ਰਿਲੇਸ਼ਨ ਦੇ ਵਿੱਚ ਆ ਰਿਹਾ ਹੈ। ਇਹਦਾ ਮਤਲਬ ਵੀ R ਜੋ ਹੈ ਉਹ ਨਿਜਵਾਚਕ ਹੈ ਕਿਉਂਕਿ 1 1 2 2 ਅਤੇ 3 3 ਇਹ ਜੋ ਹੈ R ਦੇ ਤੱਤ ਹਨ। ਜੋ ਮੈਂ ਐਲੀਮੈਂਟ ਕਹਿਣਾ ਹਾਂ ਇਹ ਜੋ ਹੈ ਤੱਤ, ਮਤਲਬ ਜੋ ਹੈ ਉਸਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਨਿਜਵਾਚਕ ਇਹ ਹੋ ਗਿਆ। ਇਹਦਾ ਕਾਰਨ ਕੀ ਹੈ ਵੀ 1 1 2 2 ਤੇ 3 3 ਜੋ ਹੈ ਉਹ R ਦੇ ਐਲੀਮੈਂਟਸ ਨੇ ਜਾਂ R ਦੇ ਤੱਤ ਹਨ। ਹਾਂਜੀ, ਇਸ ਤੋਂ ਬਾਅਦ ਸਮਮਿਤਈ ਵਾਸਤੇ ਦੇਖਦੇ ਹਾਂ। ਜੋ ਸੰਬੰਧ R ਹੈ ਉਹ ਸਮਮਿਤਈ ਨਹੀਂ ਹੈ। ਇਹਦਾ ਕਾਰਨ ਕੀ ਹੈ ਵੀ ਇਹ ਸਮਮਿਤਈ ਨਹੀਂ ਹੈ। ਦੇਖੋ 1 2 ਇਹ ਜੋ ਹੈ ਸੰਬੰਧ R ਦੇ ਵਿੱਚ ਆ ਰਿਹਾ ਹੈ
ਦੇਖੋ ਇਹ ਰਿਹਾ 1,2, ਹਾਂਜੀ, ਤੇ ਇਹ ਜੋ ਹੈ ਆਰ ਦੇ ਵਿੱਚ ਆ ਰਿਹਾ ਹੈ, ਪਰ 2,1 ਇਹ ਜੋ ਹੈ ਆਰ ਦੇ ਵਿੱਚ ਨਹੀਂ ਆ ਰਿਹਾ। ਹੁਣ ਸਮਮਿਤਈ ਜਾਂ ਫਿਰ ਸਿਮੈਟ੍ਰਿਕ ਦੀ ਕੰਡੀਸ਼ਨ ਕੀ ਸੀ ਵੀ ਜੇਕਰ A1, A2 ਇਹ ਜੋ ਹੈ ਰਿਲੇਸ਼ਨ ਦੇ ਵਿੱਚ ਹੈ ਤਾਂ ਫਿਰ A2, A1 ਵੀ ਜੋ ਹੈ ਉਹ ਰਿਲੇਸ਼ਨ ਦੇ ਵਿੱਚ ਹੋਣੇ ਚਾਹੀਦੇ ਹੈ। ਪਰ ਇੱਥੇ ਕੀ ਹੈ, ਰਿਲੇਸ਼ਨ ਦੇ ਵਿੱਚ 1,2 ਤਾਂ ਆ ਰਿਹਾ ਹੈ, ਪਰ 2,1 ਜੋ ਹੈ ਉਹ ਰਿਲੇਸ਼ਨ ਦੇ ਵਿੱਚ ਜੋ ਹੈ ਉਹ ਨਹੀਂ ਆ ਰਿਹਾ ਹੈ। ਠੀਕ ਹੈ, ਇਹਨਾਂ ਨੇ ਲਿਖਿਆ ਹੈ ਨਾ ਨੋਟ ਬਿਲੋਂਗਸ ਟੂ, ਇਹ ਜੋ ਸਾਈਨ ਹੈ ਨਾ ਇਹਦਾ ਮਤਲਬ ਹੁੰਦਾ ਹੈ ਵੀ ਨੋਟ ਬਿਲੋਂਗਸ ਟੂ, ਵੀ ਇਹਦਾ ਮਤਲਬ ਵੀ ਜੋ 2,1 ਹੈ ਉਹ ਆਰ ਦੇ ਵਿੱਚ ਨਹੀਂ ਹੈ। ਹਾਂਜੀ, ਤਾਂ ਸਮਮਿਤਈ ਵਾਸਤੇ A1, A2 ਦੇ ਨਾਲ A2, A1 ਵੀ ਜੋ ਹੈ ਉਹ ਹੋਣਾ ਚਾਹੀਦਾ ਸੀ ਸੰਬੰਧ ਆਰ ਦੇ ਵਿੱਚ, ਪਰ ਇੱਥੇ ਜੋ ਹੈ 1,2 ਤਾਂ ਹੈ ਪਰ 2,1 ਨਹੀਂ ਹੈ। ਹਾਂਜੀ, ਇਸ ਕਰਕੇ ਇਹ ਸਮਮਿਤਈ ਨਹੀਂ ਹੈ। ਹੁਣ ਅਸੀਂ ਸਕਰਮਕ ਜਾਂ ਟ੍ਰਾਂਜ਼ਿਟਿਵ ਚੈੱਕ ਕਰ ਲੈਂਦੇ ਹਾਂ। ਦੇਖੋ 1,2 ਜੋ ਹੈ ਉਹ ਸੰਬੰਧ ਆਰ ਦੇ ਵਿੱਚ ਹੈ, ਠੀਕ ਹੈ, ਤੇ 2,3 ਜੋ ਹੈ ਉਹ ਵੀ ਜੋ ਹੈ ਸੰਬੰਧ ਆਰ ਦੇ ਵਿੱਚ ਹੈ, ਪਰ ਜੋ 1,3 ਹੈ ਉਹ ਸੰਬੰਧ ਆਰ ਦੇ ਵਿੱਚ ਨਹੀਂ ਹੈ। ਤੇ ਇਹੀ ਤਾਂ ਕੰਡੀਸ਼ਨ ਹੁੰਦੀ ਹੈ ਸਕਰਮਕ ਜਾਂ ਟ੍ਰਾਂਜ਼ਿਟਿਵ ਦੀ, ਵੀ ਜੇਕਰ A1, A2 ਇਹ ਜੋ ਹੈ ਅਗਰ ਆਰ ਦੇ ਵਿੱਚ ਆ ਰਹੇ ਹੈ ਤੇ A2, A3, ਠੀਕ ਹੈ, A2, A3 ਕੀ ਹੋ ਗਿਆ 2,3, ਦੇਖੋ ਇਹ ਹੋ ਗਿਆ A1, ਇੱਕ ਮਿੰਟ ਸਰ, ਹਾਂਜੀ ਇਹ ਹੋ ਗਿਆ A1, ਇਹ ਹੋ ਗਿਆ A2, ਹਾਂਜੀ 1,2 ਹੋ ਗਿਆ A1 और A2, ਤੇ ਜੋ 2,3 ਹੈ ਇਹ ਹੋ ਗਿਆ A2, A3, ਹਾਂਜੀ, ਤਾਂ A1, A2 ਤੇ A2, A3 ਇਹ ਤਾਂ ਰਿਲੇਸ਼ਨ ਆਰ ਜਾਂ ਸੰਬੰਧ ਆਰ ਦੇ ਵਿੱਚ ਆ ਰਹੇ ਹੈ, ਪਰ ਜੋ A1, A3 ਹੈ, A1, A3 ਕੀ ਬਣੇਗਾ, A1, A3 ਇਹ ਬਣੇਗਾ 1,3, ਠੀਕ ਹੈ, ਜਿਹੜਾ 1,3 ਹੈ ਇਹ ਸੰਬੰਧ ਆਰ ਜਾਂ ਰਿਲੇਸ਼ਨ ਆਰ ਦੇ ਵਿੱਚ ਨਹੀਂ ਆ ਰਿਹਾ ਹੈ। ਤਾਂ ਜੋ ਟ੍ਰਾਂਜ਼ਿਟਿਵ ਹੈ ਜਾਂ ਸਕਰਮਕ ਹੈ ਉਸਦੀ ਤਾਂ ਇਹ ਕੰਡੀਸ਼ਨ ਹੈ ਵੀ A1, A2 ਜੇਕਰ ਸੰਬੰਧ ਆਰ ਦੇ ਵਿੱਚ ਹੈ, A2, A3 ਜੋ ਹੈ ਜੇਕਰ ਸੰਬੰਧ ਆਰ ਦੇ ਵਿੱਚ ਹੈ ਤਾਂ ਫਿਰ A1, A3 ਵੀ ਜੋ ਹੈ ਉਹ ਸੰਬੰਧ ਆਰ ਦੇ ਵਿੱਚ ਹੋਣਾ ਚਾਹੀਦਾ ਹੈ। ਇੱਥੇ ਤਾਂ 1,3 ਜੋ ਹੈ ਉਹ ਸੰਬੰਧ ਆਰ ਜਾਂ ਰਿਲੇਸ਼ਨ ਆਰ ਦੇ ਵਿੱਚ ਨਹੀਂ ਹੈ, ਇਸ ਕਰਕੇ ਅਸੀਂ ਇਹ ਲਿਖਾਂਗੇ ਹਾਂਜੀ आर सकर्मक नहीं है क्योंकि 1,2 ਇਹ ਜੋ ਹੈ ਬਿਲੋਂਗ ਕਰਦਾ ਹੈ ਆਰ ਦੇ ਵਿੱਚੋਂ। ਬਿਲੋਂਗ ਕਰਨ ਦਾ ਮਤਲਬ ਹੁੰਦਾ ਵੀ ਆਰ ਦੇ ਵਿੱਚ ਹੈ, ਠੀਕ ਹੈ, ਰਿਲੇਸ਼ਨ ਜਾਂ ਸੰਬੰਧ ਆਰ ਦੇ ਵਿੱਚ ਹੈ। ਹਾਂਜੀ 2,3 ਇਹ ਵੀ ਜੋ ਹੈ ਸੰਬੰਧ ਆਰ ਦੇ ਵਿੱਚ ਹੈ, ਪਰ ਜੋ 1,3 ਹੈ ਉਹ ਸੰਬੰਧ ਆਰ ਦੇ ਵਿੱਚ ਨਹੀਂ ਹੈ, ਇਸ ਕਰਕੇ ਜੋ ਆਰ ਹੈ ਉਹ ਸਕਰਮਕ ਨਹੀਂ ਹੈ।